हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਕਲਾਸ ਦੀ ਕਿਤਾਬ ਖੇਤੀਬਾੜੀ ਜਾਂ ਤੁਸੀਂ ਕਹਿ ਸਕਦੇ ਹੋ ਐਗਰੀਕਲਚਰ ਤੇ ਉਹਦਾ 5ਵਾਂ ਚੈਪਟਰ ਫਲਦਾਰ ਬੂਟਿਆਂ ਦੀ ਕਾਸ਼ਤ ਤੇ ਅੱਜ ਚਰਚਾ ਕਰਾਂਗੇ ਇਹਦੇ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਦੀ। ਸ਼ੁਰੂ ਕਰਦੇ ਹਾਂ। ਅਭਿਆਸ ਊੜਾ ਇੱਕ ਦੋ ਵਾਕਾਂ ਵਿੱਚ उत्तर दियो। पहला प्रश्न, पंजाब विच फलां हेठ कितना रकबा है? उत्तर 78,000 हेक्टेयर। दूजा प्रश्न, बूटियां नूं सियूंग तो बचाउण लई किहड़ी दवाई पाउणी चाहीदी है? उत्तर 30 ग्राम लेंडेन जां 15 मिलीलीटर क्लोरोपाइरीफास 20 ताकत नूं 2.5 किलो मिट्टी विच रला के प्रति टोए दे हिसाब नाल पाओ। तीजा प्रश्न, आड़ू दियां दो उन्नत किस्मां दे नां दसो। उत्तर फ्लोरिडा प्रिंस ते प्रताप। चौथा प्रश्न, बाग लगाउण दे किन्ने ढंग हन? उत्तर 3 ढंग हन, वर्गाकार, छिल्लर ते 6 कोना ढंग। पंजवां प्रश्न, पतझड़ी फलदार बूटे किहड़े महीने विच लगाए जाते हन? उत्तर अध जनवरी तो अध फरवरी विच। छेवां प्रश्न, अंब ਅਤੇ ਲੀਚੀ ਦੇ ਬੂਟੇ ਲਗਾਉਣ ਦਾ ਸਹੀ ਸਮਾਂ ਕੀ ਹੈ? ਉੱਤਰ ਸਤੰਬਰ ਅਕਤੂਬਰ ਵਿੱਚ। ਸੱਤਵਾਂ ਪ੍ਰਸ਼ਨ, ਬਾਗਾਂ ਵਿੱਚ ਦੇਸੀ ਰੂੜੀ ਕਦੋਂ ਪਾਉਣੀ ਚਾਹੀਦੀ ਹੈ? ਜਾਂ ਫਲਦਾਰ ਪੌਦਿਆਂ ਨੂੰ ਰੂੜੀ ਦੀ ਖਾਦ ਕਿਹੜੇ ਮਹੀਨੇ ਵਿੱਚ ਪਾਉਣੀ ਚਾਹੀਦੀ ਹੈ? ਉੱਤਰ ਫੁਟਾਰਾ ਆਉਣ ਤੋਂ 2 ਤੋਂ 3 ਮਹੀਨੇ ਪਹਿਲਾਂ, ਆਮ ਕਰਕੇ ਦਸੰਬਰ ਮਹੀਨੇ ਵਿੱਚ। ਅੱਠਵਾਂ ਪ੍ਰਸ਼ਨ, आंवले दियां दो उन्नत किस्मां दे नां दसो। उत्तर बलवंत, नीलम, कंचन। नौवां प्रश्न, फलदार बूटे लगाउण लई टोआ कितना डूंगा पुट्टना चाहिदा है? उत्तर 1 मीटर डूंगा। 10वां प्रश्न, अमृतसर जिले विच किहड़े फल लगाए जा सकते हैं? उत्तर नाशपति, अंगूर, अंब, अमरूद, आड़ू, किनू, होर नाशपति, नींबू आदि। ਅੱਗੇ ਚੱਲਦੇ ਹਾਂ। ਐੜਾ ਭਾਗ ਇੱਕ ਦੋ ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈਗਾ, ਫਲਦਾਰ ਬੂਟੇ ਲਗਾਉਣ ਲਈ ਕਿਸ ਤਰ੍ਹਾਂ ਦੀ ਮਿੱਟੀ ਚਾਹੀਦੀ ਹੈ? ਉੱਤਰ ਫਲਦਾਰ ਬੂਟੇ ਲਗਾਉਣ ਲਈ ਚੰਗੇ ਜਲ ਨਿਕਾਸ ਵਾਲੀ, ਪਲ ਵਾਲੀ, ਡੂੰਗੀ ਤੇ ਉਪਜਾਊ ਜ਼ਮੀਨ ਹੋਣੀ ਚਾਹੀਦੀ ਹੈ। ਜ਼ਮੀਨ ਦੀ 2 ਮੀਟਰ ਤੱਕ ਦੀ ਡੂੰਘਾਈ ਵਿੱਚ ਕੋਈ ਸਖਤ ਤਹਿ ਨਹੀਂ ਹੋਣੀ ਚਾਹੀਦੀ। ਦੂਜਾ ਪ੍ਰਸ਼ਨ, नीम पहाड़ी इलाके विच किहड़े फलदार बूटे लगाए जा सकते हैं? उत्तर अमरूद, अंब, लीची, नाशपति, कीनू अते होर संतरे, नींबू, आड़ू, अलूचा, चीकू, आमला आदि। तीजा प्रश्न, सेंजू अते खुशक इलाके दे ढुकवे फल किहड़े हैं? उत्तर माल्टा, नींबू, कीनू अते होर संतरे, बोर, अंगूर, अमरूद आदि। चौथा प्रश्न, सदाबहार फलदार बूटे किहड़े हुंदे हन? उत्तर लुकाट, अमरूद, अंब, लीची, कीनू अते होर संतरे, माल्टा, नींबू, चीकू आदि। पंजवां प्रश्न, पतझड़ी फलदार बूटे किहड़े हुंदे हन? उत्तर नाशपाती, अंगूर, आड़ू, अलूचा। छेवां प्रश्न, वर्गाकार ढंग तो तुहाडा की भाव है? उत्तर ਇਹ ਬਾਗ ਲਾਉਣ ਦਾ ਇੱਕ ਢੰਗ ਹੈ ਜਿਸ ਵਿੱਚ ਬੂਟਿਆਂ ਅਤੇ ਕਤਾਰਾਂ ਵਿੱਚ ਫਾਸਲਾ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਆਮਣੇ ਸਾਹਮਣੇ ਲਗਾਏ 4 ਬੂਟੇ ਇੱਕ ਵਰਗਾਕਾਰ ਬਣਾਉਂਦੇ ਹਨ। ਸੱਤਵਾਂ ਪ੍ਰਸ਼ਨ, ਫਲਦਾਰ ਬੂਟਿਆਂ ਨੂੰ ਪਾਣੀ ਕਿੰਨੀ ਦੇਰ ਬਾਅਦ ਦੇਣਾ ਚਾਹੀਦਾ ਹੈ? ਉੱਤਰ ਛੋਟੇ ਬੂਟਿਆਂ ਨੂੰ 3 ਤੋਂ 4 ਸਾਲ ਤੱਕ, ਮਾਰਚ ਤੋਂ ਜੂਨ ਤੱਕ ਹਫਤੇ ਮਗਰੋਂ, ਨਵੰਬਰ ਤੋਂ ਫਰਵਰੀ ਤੱਕ 2 ਤੋਂ 3 ਹਫ਼ਤਿਆਂ ਬਾਅਦ ਅਤੇ ਜੁਲਾਈ ਤੋਂ ਨਵੰਬਰ ਤੱਕ ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਪਾਣੀ ਦੀ ਜ਼ਰੂਰਤ ਹੁੰਦੀ ਹੈ। 8ਵਾਂ ਪ੍ਰਸ਼ਨ, ਬਾਗਾਂ ਲਈ ਪਾਣੀ ਦਾ ਪੱਧਰ ਕਿੰਨਾ ਡੂੰਘਾ ਹੋਣਾ ਚਾਹੀਦਾ ਹੈ? ਉੱਤਰ ਬਾਗਾਂ ਲਈ ਪਾਣੀ ਦਾ ਪੱਧਰ 3 ਮੀਟਰ ਤੋਂ ਥੱਲੇ ਹੋਣਾ ਚਾਹੀਦਾ ਹੈ ਤੇ ਇਸ ਵਿੱਚ ਕੋਈ ਉਤਰਾਅ ਚੜਾਅ ਨਹੀਂ ਹੋਣਾ ਚਾਹੀਦਾ। 9ਵਾਂ ਪ੍ਰਸ਼ਨ, ਬਾਗ ਲਗਾਉਣ ਦੇ ਛਿੱਲੜ ਢੰਗ ਬਾਰੇ जानकारी दो। उत्तर कुछ फलदार बूटे जिवें लीची, अंब, नाशपाती बहुत लंबे समय बाद फल देना शुरू करते हैं। इन्हां बागां विच पहला कुछ अस्थाई बूटे लगाए जा सकते हैं जो जल्दी फल देने वाले हों।
ਇਹ ਛਿੱਲੜ ਦਾ ਕੰਮ ਕਰਦੇ ਹਨ। ਜਦੋਂ ਮੁੱਖ ਬਾਗ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹਨਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ। 10ਵਾਂ ਪ੍ਰਸ਼ਨ, ਬਾਗ ਲਗਾਉਣ ਲਈ ਬੂਟੇ ਕਿੱਥੋਂ ਲੈਣੇ ਚਾਹੀਦੇ ਹਨ? ਉੱਤਰ, ਬਾਗ ਲਗਾਉਣ ਲਈ ਚੰਗੀ ਕਿਸਮ ਦੇ ਕੀੜਿਆਂ ਅਤੇ ਰੋਗਾਂ ਤੋਂ ਰਹਿਤ ਸਿਹਤਮੰਦ ਬੂਟੇ ਕਿਸੇ ਭਰੋਸੇਮੰਦ ਨਰਸਰੀ ਹੋ ਸਕੇ ਤਾਂ PAU यानी पंजाब एग्रीकल्चरल यूनिवर्सिटी लुधियाना, बागबानी विभाग ਅਤੇ ਸਰਕਾਰੀ ਮਨਜ਼ੂਰਸ਼ੁਦਾ ਨਰਸਰੀਆਂ ਤੋਂ ਲੈਣੇ ਚਾਹੀਦੇ ਹਨ। ਅੱਗੇ ਏਰੀ ਪਾਕ 5-6 ਵਾਕਾਂ ਵਿੱਚ ਉੱਤਰ ਦਿਓ। ਪਹਿਲਾ ਪ੍ਰਸ਼ਨ ਹੈਗਾ, ਨਰਸਰੀ ਤੋਂ ਫਲਦਾਰ ਬੂਟੇ ਖਰੀਦਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਉੱਤਰ, ਬੂਟੇ ਚੰਗੀ ਕਿਸਮ ਦੇ ਕੀੜਿਆਂ ਅਤੇ ਰੋਗਾਂ ਤੋਂ ਮੁਕਤ ਸਿਹਤਮੰਦ ਹੋਣੇ ਚਾਹੀਦੇ ਹਨ। ਜਾਂ ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ। ਸਦਾ ਬਹਾਰ ਬੂਟਿਆਂ ਨੂੰ ਪੁੱਟਣ ਲੱਗੇ ਧਿਆਨ ਰੱਖੋ ਕਿ ਜੜ੍ਹਾਂ ਤੇ ਮਿੱਟੀ ਕਾਫੀ ਮਾਤਰਾ ਵਿੱਚ ਹੋਵੇ। ਪਿਉਂਦੀ ਬੂਟੇ ਦੀ ਪਿਉਂਦ ਮੁੱਢਲੇ ਬੂਟੇ ਤੇ ਕੀਤੀ ਗਈ ਹੋਵੇ ਤੇ ਇਸ ਦਾ ਜੋੜ ਪੱਧਰਾ ਹੋਵੇ। ਬੂਟੇ ਖਰੀਦਣ ਸਮੇਂ ਲੋੜ ਤੋਂ 10% ਬੂਟੇ ਵੱਧ ਖਰੀਦਣੇ ਚਾਹੀਦੇ ਹਨ ਤਾਂ ਕਿ ਮਰਨ ਵਾਲੇ ਬੂਟਿਆਂ ਦੀ ਜਗ੍ਹਾ ਤੇ ਲਾਇਆ ਜਾ ਸਕੇ। ਅੱਗੇ ਦੂਜਾ ਪ੍ਰਸ਼ਨ, ਬਾਗ ਲਗਾਉਣ ਦੇ ਕਿਹੜੇ-ਕਿਹੜੇ ਢੰਗ ਹਨ? ਵਿਸਥਾਰ ਸਹਿਤ ਵਰਣਨ ਕਰੋ। ਉੱਤਰ, ਬਾਗ ਲਗਾਉਣ ਦੇ 3 ਢੰਗ ਹਨ। ਪਹਿਲਾ, ਵਰਗਾਕਾਰ ਢੰਗ, ਛਿੱਲੜ ਢੰਗ, 6 ਕੋਨਾ ਢੰਗ। ਪਹਿਲਾ, ਵਰਗਾਕਾਰ ਢੰਗ, ਇਸ ਢੰਗ ਵਿੱਚ ਲਗਾਏ ਬੂਟਿਆਂ ਅਤੇ ਕਤਾਰਾਂ ਦਾ ਫਾਸਲਾ ਇੱਕ ਦੂਸਰੇ ਤੋਂ ਬਰਾਬਰ ਹੁੰਦਾ ਹੈ। ਇਸ ਤਰ੍ਹਾਂ ਆਮਣੇ ਸਾਹਮਣੇ ਲੱਗੇ 4 ਬੂਟੇ ਵਰਗਾਕਾਰ ਬਣਾਉਂਦੇ ਹਨ। ਇਸ ਢੰਗ ਨੂੰ ਪੰਜਾਬ ਵਿੱਚ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਢੰਗ ਨਾਲ ਲੱਗੇ ਬੂਟੇ ਲੰਬੇ ਸਮੇਂ ਤੱਕ ਫਲ ਦਿੰਦੇ ਰਹਿੰਦੇ ਹਨ ਤੇ ਸ਼ੁਰੂਆਤੀ ਸਾਲਾਂ ਵਿੱਚ ਜਦੋਂ ਬਾਗ ਤੋਂ ਆਮਦਨ ਨਹੀਂ ਹੁੰਦੀ ਤਾਂ ਇਸ ਵਿੱਚ ਅੰਤਰ ਫਸਲਾਂ ਉਗਾ ਕੇ ਲਾਭ ਲਿਆ ਜਾ ਸਕਦਾ ਹੈ। ਦੂਜਾ, ਛਿੱਲੜ ਢੰਗ, ਕੁਝ ਫਲਦਾਰ ਬੂਟੇ ਜਿਵੇਂ ਲੀਚੀ, ਅੰਬ, ਨਾਸ਼ਪਾਤੀ ਬਹੁਤ ਲੰਬੇ ਸਮੇਂ ਬਾਅਦ ਫਲ ਦੇਣਾ ਸ਼ੁਰੂ ਕਰਦੇ ਹਨ। ਇਹਨਾਂ ਬਾਗਾਂ ਵਿੱਚ ਪਹਿਲਾਂ ਕੁਝ ਅਸਥਾਈ ਬੂਟੇ ਲਗਾਏ ਜਾਂਦੇ ਹਨ ਜੋ ਜਲਦੀ ਫਲ ਦੇਣ ਵਾਲੇ ਹੋਣ, ਲਗਾਉਣੇ ਚਾਹੀਦੇ ਹਨ। ਇਹ ਛਿੱਲੜ ਦਾ ਕੰਮ ਕਰਦੇ ਹਨ। ਜਦੋਂ ਮੁੱਖ ਬਾਗ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹਨਾਂ ਅਸਥਾਈ ਪੌਦਿਆਂ ਨੂੰ ਪੁੱਟ ਦਿੱਤਾ ਜਾਂਦਾ ਹੈ। ਤੀਜਾ, 6 ਕੋਨਾ ਢੰਗ, ਇਸ ਢੰਗ ਵਿੱਚ ਕਤਾਰਾਂ ਦਾ ਫਾਸਲਾ ਬੂਟਿਆਂ ਵਿਚਲੇ ਫਾਸਲੇ ਨਾਲੋਂ ਘੱਟ ਹੁੰਦਾ ਹੈ ਪਰ ਬੂਟੇ ਤੋਂ ਬੂਟੇ ਦਾ ਫਾਸਲਾ ਬਰਾਬਰ ਹੁੰਦਾ ਹੈ। ਇਸ ਢੰਗ ਦੀ ਵਰਤੋਂ ਕਰਕੇ 15 ਤੋਂ 20% ਵੱਧ ਬੂਟੇ ਲਗਾਏ ਜਾ ਸਕਦੇ ਹਨ। ਇਸ ਢੰਗ ਵਿੱਚ ਬੂਟਿਆਂ ਨੂੰ ਆਪਸ ਵਿੱਚ ਫਸਣ ਤੋਂ ਬਚਾਉਣ ਲਈ ਕਾਂਟ-ਛਾਂਟ ਵਧੀਆ ਢੰਗ ਨਾਲ ਕਰਨੀ ਚਾਹੀਦੀ ਹੈ। ਤੀਜਾ ਪ੍ਰਸ਼ਨ, ਫਲਦਾਰ ਬੂਟਿਆਂ ਦੀ ਸੁਧਾਈ ਅਤੇ ਕਾਂਟ-ਛਾਂਟ ਕਰਨੀ ਕਿਉਂ ਜ਼ਰੂਰੀ ਹੈ? ਉੱਤਰ, ਫਲਦਾਰ ਬੂਟਿਆਂ ਨੂੰ ਛੋਟੀ ਉਮਰ ਵਿੱਚ ਹੀ ਸਹੀ ਆਕਾਰ ਤੇ ਢਾਂਚਾ ਦੇਣ ਦੀ ਲੋੜ ਹੁੰਦੀ ਹੈ। ਇਹ ਕੰਮ ਇਹਨਾਂ ਦੀ ਸੁਧਾਈ ਕਰਕੇ ਕੀਤਾ ਜਾਂਦਾ ਹੈ। ਸਹੀ ਆਕਾਰ ਅਤੇ ਢਾਂਚਾ ਇਸ ਲਈ ਜ਼ਰੂਰੀ ਹੈ ਤਾਂ ਕਿ ਪੌਦਿਆਂ ਵਿੱਚ ਸੂਰਜੀ ਪ੍ਰਕਾਸ਼ ਅਤੇ ਹਵਾ ਦਾ ਨਿਕਾਸ ਵਧੀਆ ਢੰਗ ਨਾਲ ਹੋ ਸਕੇ। ਇਸ ਨਾਲ ਫਲ ਦੀ ਗੁਣਵੱਤਾ ਵੀ ਵਧਦੀ ਹੈ ਤੇ ਬੂਟੇ ਦੀ ਉਮਰ ਵਿੱਚ ਵੀ ਵਾਧਾ ਹੁੰਦਾ ਹੈ। ਪੰਜਾਬ ਵਿੱਚ ਕਾਸ਼ਤ ਕੀਤੇ ਜਾਣ ਵਾਲੇ ਪਤਝੜ ਫਲਦਾਰ ਬੂਟਿਆਂ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਅੰਗੂਰ, ਨਾਕ, ਆੜੂ ਅਤੇ ਅਲੂਚਾ ਆਦਿ ਹਨ, ਦੀ ਸੁਧਾਈ ਪਹਿਲੇ 4 ਤੋਂ 5 ਸਾਲਾਂ ਤੱਕ ਕੀਤੀ ਜਾਂਦੀ ਹੈ। ਜਦੋਂ ਪੌਦਿਆਂ ਨੂੰ ਫਲ ਲੱਗਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਤਪਾਦਕਤਾ ਵਿੱਚ ਕਮੀ ਨਾ ਆਵੇ ਤੇ ਇਹ ਸਿਖਰਾਂ ਛੂਹੇ ਅਤੇ ਫਲ ਵੀ ਮਿਆਰੀ ਮਿਲੇ। ਇਸ ਲਈ ਪੌਦਿਆਂ ਦੀ ਕਾਂਟ-ਛਾਂਟ ਕੀਤੀ ਜਾਂਦੀ ਹੈ ਜੋ ਕਿ ਬਹੁਤ ਜ਼ਰੂਰੀ ਹੁੰਦੀ ਹੈ। ਚੌਥਾ ਪ੍ਰਸ਼ਨ, ਫਲ ਤੋੜਨ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਉੱਤਰ, ਫਲਾਂ ਦੀ ਤੁੜਾਈ ਲਈ ਕੁਝ ਮਾਪਦੰਡ ਨਿਰਧਾਰਿਤ ਕਰਨੇ ਚਾਹੀਦੇ ਹਨ। ਜਿਵੇਂ ਕੁਝ ਫਲਾਂ ਨੂੰ ਤੋੜਨ ਤੋਂ ਬਾਅਦ ਵੀ ਪਕਾਇਆ ਜਾ ਸਕਦਾ ਹੈ, ਜਿਵੇਂ ਕਿ ਅੰਬ, ਕੇਲਾ, ਅਲੂਚਾ ਆਦਿ, ਪਰ ਅੰਗੂਰ, ਲੀਚੀ ਆਦि ਨੂੰ ਤੋੜ ਕੇ ਨਹੀਂ ਪਕਾਇਆ ਜਾ ਸਕਦਾ। ਇਸ ਲਈ ਫਲ ਅਨੁਸਾਰ ਹੀ ਮਾਪਦੰਡ ਨਿਰਧਾਰਿਤ ਕਰਨੇ ਚਾਹੀਦੇ ਹਨ। ਫਲਾਂ ਨੂੰ ਕਦੇ ਵੀ ਟਹਿਣੀ ਨਾਲੋਂ ਖਿੱਚ ਕੇ ਨਹੀਂ ਤੋੜਨਾ ਚਾਹੀਦਾ। ਇਸ ਨਾਲ ਟਹਿਣੀ ਨੂੰ ਵੀ ਨੁਕਸਾਨ ਹੋ ਸਕਦਾ ਹੈ ਤੇ ਫਲ ਦੀ ਛਿੱਲ ਵੀ ਲੈ ਸਕਦੀ ਹੈ। ਤੋੜੇ ਫਲਾਂ ਦੀ 34 ਵਰਗਾਂ ਵਿੱਚ ਦਰਜਾਬੰਦੀ ਕਰ ਲੈਣੀ ਚਾਹੀਦੀ ਹੈ ਤੇ ਦਰਜਾਬੰਦੀ ਤੋਂ ਬਾਅਦ ਇਹਨਾਂ ਨੂੰ ਗੱਤੇ ਤੇ ਡੱਬਿਆਂ, ਪੋਲੀਨੇਟ
ਜਾਂ ਪਲਾਸਟਿਕ ਦੇ ਕਰੇਟਾਂ ਵਿੱਚ ਪਾ ਕੇ ਪੈਕ ਕਰਨਾ ਚਾਹੀਦਾ ਹੈ। ਕੱਚੇ, ਵੱਧ ਪੱਕੇ, ਛੋਟੇ, ਬਦਸ਼ਕਲ, ਗਲੇ ਸੜੇ ਅਤੇ ਦਾਗੀ ਫਲਾਂ ਨੂੰ ਡੱਬਾਬੰਦ ਨਹੀਂ ਕਰਨਾ ਚਾਹੀਦਾ। ਪੰਜਵਾਂ ਪ੍ਰਸ਼ਨ, ਬਾਗਾਂ ਵਿੱਚ ਖਾਦਾਂ ਦੀ ਵਰਤੋਂ ਬਾਰੇ ਇੱਕ ਪੈਰਾ ਲਿਖੋ। ਉੱਤਰ, ਜਦੋਂ ਫਲਦਾਰ ਪੌਦੇ ਲਾਉਣ ਲਈ ਟੋਇਆ ਪੁੱਟਿਆ ਜਾਂਦਾ ਹੈ ਤਾਂ ਇਸ ਦੀ ਉੱਪਰਲੀ ਅੱਧੀ ਮਿੱਟੀ ਵਿੱਚ ਬਰਾਬਰ ਰੂੜੀ ਖਾਦ ਮਿਲਾਈ ਜਾਂਦੀ ਹੈ। ਇਸ ਤੋਂ ਬਾਅਦ ਪੌਦੇ ਲਗਾਉਣ ਤੋਂ ਬਾਅਦ ਫਰਵਰੀ ਤੋਂ ਅਪ੍ਰੈਲ ਮਹੀਨੇ ਵਿੱਚ ਬੂਟਿਆਂ ਦਾ ਵਾਧਾ ਹੁੰਦਾ ਹੈ। ਵਾਧੇ ਪਏ ਬੂਟਿਆਂ ਨੂੰ ਸਾਰੇ ਤੱਤ ਮਿਲਣੇ ਚਾਹੀਦੇ ਹਨ। ਇਸ ਲਈ ਦੇਸੀ ਖਾਦ ਜਿਵੇਂ ਗਲੀ ਸੁੜੀ ਰੂੜੀ ਦੀ ਖਾਦ ਨੂੰ ਫੁਟਾਰਾ ਆਉਣ ਤੋਂ 2 ਤੋਂ 3 ਮਹੀਨੇ ਪਹਿਲਾਂ ਪਾਉਣਾ ਚਾਹੀਦਾ ਹੈ। ਗਲੀ ਸੜੀ ਰੂੜੀ ਨੂੰ ਆਮ ਕਰਕੇ ਦਸੰਬਰ ਮਹੀਨੇ ਵਿੱਚ ਪਾਇਆ ਜਾਂਦਾ ਹੈ। ਨਾਈਟ੍ਰੋਜਨ ਤੱਤ ਬੂਟਿਆਂ ਨੂੰ 2 ਭਾਗਾਂ ਵਿੱਚ ਦਿੱਤਾ ਜਾਂਦਾ ਹੈ। ਇੱਕ ਫੁਟਾਰਾ ਪੈਣ ਤੇ ਫਲ ਲੱਗਣ ਤੋਂ ਬਾਅਦ ਇੱਕ ਫਾਸਫੋਰਸ ਖਾਦ ਨਾਈਟ੍ਰੋਜਨ ਖਾਦ ਦੇ ਪਹਿਲੇ ਭਾਗ ਨਾਲ ਪਾਉਣੀ ਚਾਹੀਦੀ ਹੈ। ਪੋਟਾਸ਼ ਖਾਦ ਨੂੰ ਫਲ ਪੱਕਣ ਤੋਂ ਪਹਿਲਾਂ ਪਾਉਣਾ ਚਾਹੀਦਾ ਹੈ ਤਾਂ ਕਿ ਫਲ ਦੀ ਗੁਣਵੱਤਾ ਵਧੀਆ ਰਹੇ। ਮੁੱਖ ਤੱਤ ਵਾਲੀਆਂ ਖਾਦਾਂ ਨੂੰ ਛੱਟਾ ਦੇ ਕੇ ਪਾਇਆ ਜਾਂਦਾ ਹੈ। ਛੋਟੇ ਤੱਤਾਂ ਵਾਲੀਆਂ ਖਾਦਾਂ ਜਿਵੇਂ ਜ਼ਿੰਕ, ਲੋਹਾ, ਮੈਂਗਨੀਜ਼ ਆਦਿ ਦੀ ਵਰਤੋਂ ਇਹਨਾਂ ਦੀ ਘਾਟ ਹੋਣ ਤੇ ਹੀ ਕਰਨੀ ਚਾਹੀਦੀ ਹੈ। ਤੇ ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਇਸ ਚੈਪਟਰ ਦੇ ਪ੍ਰਸ਼ਨ ਉੱਤਰ ਤੁਹਾਨੂੰ ਸਮਝ ਆ ਗਏ ਹੋਣਗੇ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਆਪਾਂ ਫਿਰ ਮਿਲਾਂਗੇ। ਟਿਲ ਦੈਨ ਟੇਕ ਕੇਅਰ, ਬਾਏ ਬਾਏ।